ਭੁੱਲ ਕੇ ਵੀ ਦਰਜਾ ਬਾਪ ਦਾ, ਗੈਰਾਂ ਦੀ ਝੋਲੀ ਪਾਈਦਾ ਨਹੀਂ। ਉਹ ਬਾਬਲ ਲਾ ਸ਼ਰੀਕ ਹੈ, ਸ਼ਰੀਕ ਕਿਸੇ ਨੂੰ ਉਹਦਾ ਬਣਾਈਦਾ ਨਹੀਂ। ਉਹ ਵਿੱਚ ਜਨਮ ਜਾਤ ਕਦੇ ਆਉਂਦਾ ਨਹੀਂ, ਕਲਬੂਤ ਮਿੱਟੀ ਦਾ ਥਾਂ ਉਹਦੀ ਕਦੇ ਥਿਆਉਂਦਾ ਨਹੀਂ। ਮੂਰਤਾਂ ਪੱਥਰ ਸਿਲ ਤੇ ਵੱਟੇ, ਪੂਰਾ ਉਹਨੂੰ ਕੋਈ ਦਰਸਾਉਂਦਾ ਨਹੀਂ। ਲਾ ਮਕਾਨ ਤੇ ਲਾ ਸ਼ਰੀਕ ਹੈ ਜਿਹੜਾ, ਵਿੱਚ ਸ਼ਰੀਕੇ ਉਹਨੂੰ ਕਦੇ ਪਾਈਦਾ ਨਹੀਂ। ਅਮਨ ਉਹ ਬਾਬਲ ਲਾ ਸ਼ਰੀਕ ਹੈ, ਸ਼ਰੀਕ ਕਿਸੇ ਨੂੰ ਉਹਦਾ ਬਣਾਈਦਾ ਨਹੀਂ, ਸ਼ਰੀਕ ਕਿਸੇ ਨੂੰ ਉਹਦਾ ਬਣਾਈਦਾ ਨਹੀਂ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਰੱਬ ਦਾ ਸ਼ਰੀਕ। ਅਸੀਂ ਅਕਸਰ ਹੀ ਆਪਣੇ ਘਰ ਪਰਿਵਾਰ 'ਚ, ਆਪਣੇ ਸਾਕ ਸੰਬੰਧੀ ਭਾਈਚਾਰੇ 'ਚ ਇੱਕ ਸ਼ਬਦ ਸੁਣਿਆ ਹੋਵੇਗਾ, ਸ਼ਰੀਕ, ਜਿਸ ਦਾ ਮਤਲਬ, ਜਿਸ ਦੇ ਪਿੱਛੇ ਦਾ ਭਾਵ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਲਫ਼ਜ਼ ਕਿੰਨਾਂ ਪਰਿਸਥਿਤੀਆਂ 'ਚ, ਕਿੰਨਾਂ ਹਾਲਾਤਾਂ 'ਚ, ਕਿੰਨਾਂ ਲਈ ਵਰਤਿਆ ਜਾਂਦਾ ਹੈ। ਜੇ ਗੱਲ ਕਰੀਏ ਸ਼ਰੀਕ ਲਫ਼ਜ਼ ਦੀ ਤਾਂ ਇਹ ਅਰਬੀ ਭਾਸ਼ਾ ਦਾ ਅਲਫਾਜ਼ ਹੈ, ਜਿਸ ਦਾ ਅਰਥ ਹੈ ਬਰਾਬਰੀ ਕਰਨੀ ਜਾਂ ਬਰਾਬਰੀ ਕਰਨ ਵਾਲਾ। ਅਸੀਂ ਸਾਂਝੇ ਪਰਿਵਾਰਕ ਮਸਲਿਆਂ 'ਚ ਅਕਸਰ ਹੀ ਇੱਕ ਗੱਲ ਸੁਣੀ ਹੋਵੇਗੀ ਕਿ ਭਰਾ ਭਰਾ ਦਾ ਸ਼ਰੀਕ ਬਣ ਗਿਆ, ਭੈਣ ਭਰਾ ਦੀ ਸ਼ਰੀਕ ਬਣ ਗਈ। ਕਈ ਵਾਰੀ ਇੱਕ ਮਾਂ-ਬਾਪ ਦੀ ਕੁੱਖੋਂ ਜਾਏ ਭੈਣ ਭਰਾ ਵੀ ਸਾਂਝੇ ਪਰਿਵਾਰਕ ਮਸਲਿਆਂ 'ਚ ਸ਼ਰੀਕ ਬਣ ਇੱਕ ਦੂਜੇ ਦੇ ਆੜੇ ਖੜ ਜਾਂਦੇ ਹਨ, ਜਿਸ ਤੇ ਕਲੇਸ਼, ਕਪੱਤ ਵਰਗੀਆਂ ਪਰਿਸਥਿਤੀਆਂ ਉਪਜਦੀਆਂ ਹਨ। ਪਰਿਵਾਰਕ ਮਾਹੌਲ ਖਰਾਬ ਹੁੰਦੇ ਹਨ, ਸਾਂਝਾਂ ਟੁੱਟਦੀਆਂ ਹਨ, ਆਪਣੇ ਆਪਣਿਆਂ ਤੋਂ ਦੂਰ ਹੋ ਜਾਂਦੇ ਨੇ, ਪ੍ਰੇਮ ਇਤਫਾਕ ਖਤਮ ਹੋ ਜਾਂਦਾ ਹੈ ਤੇ ਸਕੇ ਘਰ ਦੇ ਜਾਈ ਇੱਕ ਦੂਜੇ ਦੇ ਵਿਰੋਧੀ ਬਣ ਜਾਂਦੇ ਨੇ ਤੇ ਸ਼ਰੀਕ ਅਖਵਾਉਣ ਲੱਗ ਜਾਂਦੇ ਹਨ। ਜਦ ਕਦੀ ਅਸੀਂ ਆਪਣੇ ਸਕਿਆਂ ਦੇ, ਆਪਣੇ ਆਪਣਿਆਂ ਦੇ ਬਰਾਬਰ ਲਿਆ ਕੇ ਕੋਈ ਤੀਜਾ ਧਿਰ ਖੜਾ ਕਰਦੇ ਹਾਂ ਤਾਂ ਉਹ ਸ਼ਰੀਕ ਖੜਾ ਕਰਨਾ ਕਹਾਉਂਦਾ ਹੈ, ਜਿਸ ਤੇ ਸਾਡੇ ਆਪਣੇ ਗਿਲਾਕਾਰ ਸਾਥੋਂ ਪਾਸਾ ਵੱਟ ਲੈਂਦੇ ਹਨ, ਸਾਡੇ ਨਾਲ ਬੋਲਚਾਲ ਬੰਦ ਕਰ ਦਿੰਦੇ ਹਨ, ਕਿਉਂਕਿ ਅਸੀਂ ਆਪਣੇ ਆਪਣਿਆਂ ਦੇ ਬਰਾਬਰ ਕਿਸੇ ਗੈਰ ਨੂੰ, ਕਿਸੇ ਬੇਗਾਨੇ ਨੂੰ ਲਿਆ ਕੇ ਖੜਾ ਕੀਤਾ। ਖੈਰ, ਇਹ ਤਾਂ ਗੱਲ ਸੀ ਸ਼ਰੀਕ ਅਲਫਾਜ਼ ਦੇ ਉਸ ਰੂਪ ਦੀ ਜਿਸ ਦਾ ਪ੍ਰਤੱਖ ਵਰਤਾਓ ਸਾਡੀ ਸਾਕ ਸਕੀਰੀ 'ਚ ਹੁੰਦਾ ਹੈ। ਪਰ ਹੁਣ ਗੱਲ ਕਰਦੇ ਹਾਂ ਇਸ ਲਫ਼ਜ਼ ਦੀ, ਉਸ ਭੂਮਿਕਾ ਦੀ ਜਿੱਥੇ ਜਾ ਸਾਡੀ ਜ਼ਹਿਨੀਅਤ 'ਚ ਇਸ ਸ਼ਬਦ ਦੇ ਅਰਥ ਭਾਵਾਂ ਦੀ ਮੌਜੂਦਗੀ ਦਾ ਹੋਣਾ ਇੱਕ ਨਾ ਮਾਫੀ ਯੋਗ ਗੁਨਾਹ ਬਣ ਜਾਂਦਾ ਹੈ, ਤੇ ਉਹ ਪੱਖ ਹੈ ਅਧਿਆਤਮਕਵਾਦ ਦਾ। ਜੇ ਵੇਖਿਆ ਜਾਵੇ ਤਾਂ ਅਧਿਆਤਮਕਵਾਦ ਦਾ ਮੁੱਢ ਉਹ ਪਰਮਪਿਤਾ ਪਰਮਾਤਮਾ ਹੈ ਜੋ ਲਾ ਸ਼ਰੀਕ ਹੈ, ਜਿਸ ਦਾ ਕੋਈ ਸ਼ਰੀਕ ਨਹੀਂ ਹੈ। ਗੁਰੂ ਗੁਰਬਾਣੀ ਫਰਮਾਨ ਹੈ, ਤਿਸੇ ਸ਼ਰੀਕ ਨਾਹੀ ਰੇ ਕੋਈ। 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ, ਨਿਰਸਾਕੰ ਸ਼ਰੀਕ ਹੈ। ਉਸ ਦੇ ਕੋਈ ਬਰਾਬਰ ਦਾ ਨਹੀਂ, ਉਸ ਦੇ ਕੋਈ ਤੁੱਲ ਨਹੀਂ। ਉਹ ਸਰਬ ਕਲਾ ਸਮਰੱਥ ਪੁਰਖੇ, ਸਰੇਸ਼ਟ ਪੁਰਖੇ। ਕੋਈ ਕਿਸ ਤੁੱਲ ਉਸ ਦੀ ਬਰਾਬਰੀ ਕਰ ਲਏਗਾ, ਤੇ ਜੇ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਤੇ ਫਿਰ ਕਿਵੇਂ ਕੋਈ ਉਸ ਦਾ ਸ਼ਰੀਕ ਹੋ ਸਕਦਾ ਹੈ। ਉਹ ਜਰੇ ਜ਼ਰੇ 'ਚ ਰਮਿਆ, ਕਣ ਕਣ 'ਚ ਵਸਿਆ, ਘਟ ਘਟ ਅੰਤਰ ਸੁਭਾਏਮਾਨ, ਸਰਬ ਵਿਆਪਕ ਹਸਤੀ ਏ। ਉਹ ਤੱਤਾਂ ਤੋਂ ਪਰੇ ਅਤੱਤ, ਆਕਾਰ ਤੋਂ ਪਰੇ ਨਿਰਾ ਆਕਾਰ ਸਰੂਪ ਹੈ। ਪਰ ਅਸੀਂ ਆਪਣੀ ਸੰਸਾਰੀ ਸੋਝੀ ਦੇ, ਆਪਣੀ ਮਨਮਤ ਦੇ ਚੱਲਦਿਆਂ ਉਸ ਅਪਾਰ ਪੁਰਖ ਪਿਤਾ ਜੀ ਦੇ ਇਹਨਾਂ ਸਾਰੇ ਗੁਣਾਂ ਨੂੰ ਵਿਸਾਰ ਦਿੱਤਾ ਤੇ ਰੱਬ ਦੀ, ਪਰਮਾਤਮਾ ਦੀ ਕਲਪਨਾ ਕਰ ਲਈ ਆਪਣੇ ਵਰਗੇ ਰੂਪ ਆਕਾਰ ਵਿੱਚ, ਜਿਸ ਕਰਕੇ ਸਾਕ ਸਕੀਰੀਆਂ 'ਚ ਸ਼ਰੀਕੇ ਵਾਲੀ ਖੇਡ ਖੇਡਦਿਆਂ ਸਾਡੀ ਮਾਨਸਿਕਤਾ ਜਦੋਂ ਰੱਬ ਦੇ ਰਾਹ ਵੱਲ, ਭਾਵ ਕੇ ਪਰਮਾਤਮਾ ਵੱਲ ਕਦਮ ਵਧਾਉਂਦੀ ਹੈ ਤਾਂ ਆਪਣੀ ਸੰਸਾਰੀ ਤਰਬੀਅਤ ਨਾਲ ਲੈ ਕੇ ਤੁਰਦੀ ਹੈ, ਜਿਸ ਦੇ ਫਲਸਰੂਪ ਅਸੀਂ ਆਪਣੀ ਮਨਮਤ ਨਾਲ ਰੱਬ ਦਾ ਸ਼ਰੀਕ ਖੜਾ ਕਰਦੇ ਹਾਂ। ਹੁਣ ਇੱਥੇ ਹੋ ਸਕਦਾ ਹੈ ਕਿਸੇ ਨੂੰ ਇਹ ਗੱਲ ਸੁਣਨ ਵਿੱਚ ਬੁਰੀ ਲੱਗੇ ਜਾਂ ਅਟਪਟੀ ਲੱਗੇ, ਪਰ ਅਸਲੀਅਤ ਇਹੀ ਹੈ ਕਿ ਅਸੀਂ ਮਨਮਤ ਦੇ ਮਾਰੇ, ਤੁਰ ਨਾ ਸਮਝੀ ਦੀ ਕਾਰੇ ਰੱਬ ਦਾ ਸ਼ਰੀਕ ਖੜਾ ਕਰਦੇ ਹਾਂ। ਉਦਾਹਰਣ ਦੁਆਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਪਰੋਕਤ ਵਾਕੀ ਗਈ ਇਸ ਪੂਰੀ ਵਾਰਤਾਲਾਪ ਨੂੰ। ਗੁਰੂ ਗੁਰਬਾਣੀ ਦਾ ਫਰਮਾਨ ਹੈ, ਸੋ ਮੁਖ ਜਲਿਓ ਜਿਤ ਕਹਿ ਠਾਕੁਰ ਜੋਨੀ। ਪਰ ਹੁਣ ਜਦੋਂ ਅਸੀਂ ਜਨਮ ਜਾਤ ਦੀ ਮੂਰਤ ਨੂੰ ਭਗਵਾਨ ਕਹਿ ਧਿਆਉਂਦੇ ਹਾਂ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਅਸੀਂ ਉਸ ਲਾ ਸ਼ਰੀਕ ਦਾ ਸ਼ਰੀਕ ਖੜਾ ਕਰਦੇ ਪਏ ਹਾਂ। ਅਸੀਂ ਰੱਬ ਦੀ ਬਰਾਬਰੀ ਤੇ ਰੱਬ ਖੜਾ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ। ਗੁਰੂ ਗੁਰਬਾਣੀ ਦਾ ਫਰਮਾਨ ਹੈ, ਇਹ ਸਰੀਰ ਹੈ ਤ੍ਰੈ ਗੁਣ ਧਾਤ, ਇਸਨੋ ਵਿਆਪੈ ਸੋਗ ਸੰਤਾਪ, ਸੋ ਸੇਵੋ ਜਿਸ ਮਾਈ ਨਾ ਬਾਪ। ਪਰ ਜਦੋਂ ਅਸੀਂ ਮਾਂ-ਬਾਪ ਦੁਆਰਾ ਜਾਈ ਸੰਤਾਨ ਨੂੰ ਖੁਦਾ ਕਹਿ ਪੂਜਦੇ ਹਾਂ, ਖੁਦਾ ਦੇ ਬਰਾਬਰ ਖੜਾ ਕਰਦੇ ਹਾਂ,
ਤਾਂ ਇਸ ਦਾ ਅਰਥ ਸਪਸ਼ਟ ਹੈ ਕਿ ਅਸੀਂ ਖੁਦਾ ਦਾ ਸ਼ਰੀਕ ਖੜਾ ਕੀਤਾ। ਅਸੀਂ ਲਾ ਸ਼ਰੀਕ ਦੇ ਬਰਾਬਰ ਸ਼ਰੀਕ ਬਣਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਗੁਰਬਾਣੀ ਦਾ ਫਰਮਾਨ ਹੈ, ਕਾਹੇ ਕੋ ਪੂਜਤ ਪਾਹਣ ਕੋ ਕਛ ਪਾਹਣ ਮੈਂ ਪਰਮੇਸ਼ਰ ਨਾਹੀ। ਹੁਣ ਜੇ ਅਸੀਂ ਜਾਗਤ ਜਿੰਦਾ ਜੋਤ ਦਾ ਦਰਜਾ ਨਿਰਜੀਵ ਵਸਤ ਨੂੰ ਦੇ ਕੇ ਬੈਠ ਜਾਂਦੇ ਹਾਂ ਤਾਂ ਸਮਝ ਲਈਏ ਕਿ ਅਸੀਂ ਆਪਣੀ ਨਾਸਮਝੀ ਦੇ ਚੱਲਦਿਆਂ ਲਾ ਸ਼ਰੀਕ ਦਾ ਸ਼ਰੀਕ ਖੜਾ ਕੀਤਾ, ਭਾਵ ਕਿ ਅਸੀਂ ਗੁਨਾਹ ਕੀਤਾ। ਇੱਥੇ ਜਦੋਂ ਕੋਈ ਪੁੱਤ ਆਪਦੇ ਬਾਪ ਦੀ ਥਾਂ ਕਿਸੇ ਹੋਰ ਨੂੰ ਦਿੰਦਾ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਹੌਲੀ ਮੱਤ ਦਾ ਏ, ਇਹਨੇ ਤਾਂ ਆਪਦੇ ਬਾਪ ਦਾ ਹੀ ਸ਼ਰੀਕ ਖੜਾ ਕਰ ਦਿੱਤਾ। ਤੇ ਫਿਰ ਅਸੀਂ ਵੀ ਆਪਣੇ ਵੱਲ ਝਾਤੀ ਮਾਰ ਕੇ ਵੇਖੀਏ, ਕਿਤੇ ਅਸੀਂ ਵੀ ਹੌਲੀ ਮੱਤ ਦੇ ਤੇ ਨਹੀਂ, ਕਿਤੇ ਅਸੀਂ ਵੀ ਆਪਦੇ ਬਾਪ ਦੀ ਥਾਂ ਕਿਸੇ ਹੋਰ ਨੂੰ ਤਾਂ ਨਹੀਂ ਦੇ ਰਹੇ। ਗੁਰੂ ਗੁਰਬਾਣੀ ਦਾ ਫਰਮਾਨ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ। ਅਸੀਂ ਸਾਰੇ ਉਸ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਾਂ, ਉਸ ਦੇ ਧੀਆਂ ਪੁੱਤਰ ਹਾਂ। ਆਤਮਕ ਤਲ ਤੋਂ ਉਹ ਸਾਡਾ ਸਭਨਾਂ ਦਾ ਪਿਤਾ ਹੈ। ਤੇ ਜਦ ਅਸੀਂ ਉਸ ਪਿਤਾ ਪਰਮਾਤਮਾ ਦੀ ਥਾਂ ਕਿਸੇ ਹੋਰ ਨੂੰ ਦਿੰਦੇ ਹਾਂ ਤਾਂ ਅਸੀਂ ਵੀ ਹੌਲੀ ਮੱਤ ਦੇ, ਅਧੂਰੀ ਮੱਤ ਦੇ ਗਿਣੇ ਜਾਂਦੇ ਹਾਂ, ਕਿਉਂਕਿ ਪੂਰੀ ਮੱਤ ਦੇ, ਸੁਮੱਤ ਵਾਲੇ, ਸੂਝ ਸਮਝ ਵਾਲੇ ਤਾਂ ਉਹ ਸੀ ਜਿਨ੍ਹਾਂ ਆਪ ਦੇ ਪਿਤਾ ਪਰਮਾਤਮਾ ਨੂੰ ਪੁੱਤ ਬਣ ਧਿਆਇਆ, ਉਸ ਦੀ ਸੋਭਾ ਵਡਿਆਈ ਨੂੰ ਗਾਇਆ। ਕਦੀ ਆਪਾਂ ਨਹੀਂ ਵਡਿਆਇਆ, ਕਦੀ ਆਪਾਂ ਨਹੀਂ ਸਲਾਇਆ, ਕਦੀ ਆਪਦੇ ਪਿਤਾ ਦੀ ਥਾਂ, ਆਪਦੇ ਪਰਮਾਤਮਾ ਦੀ ਥਾਂ ਕਿਸੇ ਹੋਰ ਨੂੰ ਨਹੀਂ ਦਿੱਤੀ, ਜਿਨ੍ਹਾਂ ਕਦੀ ਲਾ ਸ਼ਰੀਕ ਦਾ ਸ਼ਰੀਕ ਖੜਾ ਕਰਨ ਦਾ ਗੁਨਾਹ ਨਹੀਂ ਕੀਤਾ। ਪਰ ਅਸੀਂ ਪਤਾ ਨਹੀਂ ਕਿਸ ਨਾਸਮਝੀ ਦੀ ਧੁਨ 'ਚ ਅੰਨੇ ਬੋਲੇ ਹੋਏ ਲਾ ਸ਼ਰੀਕ ਨੂੰ ਸ਼ਰੀਕਿਆਂ 'ਚ ਵੰਡ ਸ਼ਰੀਕ ਖੜੇ ਕਰੀ ਤੁਰੀ ਜਾ ਰਹੇ ਹਾਂ। ਇੱਕ ਪਲ ਲਈ ਸੁਚੇਤ ਹੋ ਵਾਚ ਕੇ ਵੇਖ ਲਈਏ ਤੇ ਨਾ ਕਰੀਏ ਐਡੀ ਵੱਡੀ ਭੁੱਲ, ਕਿਉਂਕਿ ਬਾਪ ਇੱਕ ਪਲ ਲਈ ਹਰ ਗਲਤੀ ਮਾਫ ਕਰ ਦਿੰਦਾ ਹੈ, ਪਰ ਬਾਪ ਇਹ ਗੁਨਾਹ ਕਦੀ ਨਹੀਂ ਬਖਸ਼ਦਾ ਕਿ ਉਸ ਦਾ ਪੁੱਤ ਉਸ ਦਾ ਸ਼ਰੀਕ ਖੜਾ ਕਰੇ। ਸੋ ਸੁਗੜ ਵਿਚਾਰ ਵਿੱਚ ਪੇਸ਼ ਕੀਤੀ ਇਸ ਤਮਾਮ ਦਲੀਲ ਅਪੀਲ ਰਾਹੀਂ ਜਾਂ ਸਾਡੇ ਬੋਲੇ ਲਫ਼ਜ਼ਾਂ ਰਾਹੀਂ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਅਸੀਂ ਦੋਵੇਂ ਹੱਥ ਜੋੜ ਖਿਮਾ ਦੇ ਜਾਚਕ ਹਾਂ। ਪਰ ਅਸਲੀਅਤ ਇਹੀ ਹੈ ਕਿ ਜਿੰਨੇ ਵੀ ਗੁਰੂ, ਪੀਰ, ਭਗਤ, ਰਹਿਬਰ, ਔਲੀਏ, ਪੈਗੰਬਰ ਆਏ, ਜਿੰਨੀਆਂ ਵੀ ਪਿਤਾ ਪਰਮਾਤਮਾ ਦੀਆਂ ਪਿਆਰੀਆਂ ਸਤਿਕਾਰੀਆਂ ਹਸਤੀਆਂ ਆਈਆਂ, ਸਭ ਨੇ ਸਾਨੂੰ ਜੀਵਾਂ ਨੂੰ ਇਹੀ ਸਮਝਾਇਆ ਹੈ ਕਿ ਕਦੀ ਲਾ ਸ਼ਰੀਕ ਦਾ ਸ਼ਰੀਕ ਨਾ ਬਣਾਇਓ ਕਿਸੇ ਨੂੰ, ਕਿਉਂਕਿ ਪੂਜਣ ਦੇ ਯੋਗ ਉਹ ਇੱਕੋ ਹੀ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਹੈ, ਜਿਸ ਬਾਬਤ 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ, ਪੂਜਾ ਅਕਾਲ ਕੀ। ਅਖੀਰ ਇਸ ਅਤ ਪਵਿੱਤਰ, ਅਤ ਪੂਜਣਯੋਗ ਵਾਕ ਤੇ ਪਹਿਰਾ ਦੇ। ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਲੜ ਲੱਗ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਧਿਆ। ਜਿਉਂਦੇ ਜੀ ਲਾ ਸ਼ਰੀਕ ਦਾ ਸ਼ਰੀਕ ਖੜਾ ਕਰਨ ਵਾਲੇ ਗੁਨਾਹ ਤੋਂ ਦੋਸ਼ ਮੁਕਤ ਹੋ ਜਾਈਏ, ਕਿਉਂਕਿ ਅਖੀਰ ਜਾ ਮੁੱਖ ਤਾਂ ਉਸ ਲਾ ਸ਼ਰੀਕ ਬਾਬਲ ਨੂੰ ਦਿਖਾਉਣਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।